ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅਸੀਂ ਰਾਜ ਮਲਹੋਤਰਾ ਆਈਐਸ ਸਟੱਡੀ ਗਰੁੱਪ ਮੌਜੂਦ ਹਾਂ, ਜਿੱਥੇ ਬਹੁਤ ਸਾਰੇ ਬੱਚੇ ਜਿਹੜੇ ਨੇ ਯੂਪੀਐਸਸੀ ਦੀ ਤਿਆਰੀ ਲਗਾਤਾਰ ਕਰਦੇ ਰਹਿੰਦੇ ਨੇ। ਤੇ ਕੱਲ ਜਿਹੜਾ ਯੂਪੀਐਸਸੀ ਦਾ ਜਿਹੜਾ ਰਿਜ਼ਲਟ ਡਿਕਲੇਅਰ ਹੋਇਆ ਤਾਂ ਉਹਦੇ ਵਿੱਚ ਕਈ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੇ ਬਾਜ਼ੀ ਮਾਰੀ ਹੈ, ਕਈ ਨੌਜਵਾਨ ਮੁੰਡੇ ਕੁੜੀਆਂ ਦਾ ਨਾਮ ਜਿਹੜਾ ਅੱਗੇ ਆ ਰਿਹਾ। ਤੇ ਰਾਜ ਮਲਹੋਤਰਾ ਸਟੱਡੀ ਗਰੁੱਪ ਦੀ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਤੋਂ ਜਾਣਾਂਗੇ ਕਿ ਇਹਨਾਂ ਦੇ ਜਿਹੜੇ ਪੜ੍ਹਾਏ ਹੋਏ ਇੱਥੇ ਜਿਹੜੇ ਵੀ ਮੁੰਡੇ ਕੁੜੀਆਂ ਸੀ ਉਹਨਾਂ ਵਿੱਚੋਂ ਕਿਹਦੇ ਕਿਸ ਤਰ੍ਹਾਂ ਦੇ ਸਕੋਰ ਆਏ ਨੇ। ਤੇ ਸਾਡੇ ਨਾਲ ਆਦਿਤਿਆ ਸ਼ਰਮਾ ਵੀ ਮੌਜੂਦ ਨੇ ਜਿਨ੍ਹਾਂ ਦਾ 70ਵਾਂ ਜਿਹੜਾ ਆਲ ਇੰਡੀਆ ਰੈਂਕ ਆਇਆ ਹੈਗਾ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਰਾਜ ਮਲਹੋਤਰਾ ਜੀ ਦੇ ਨਾਲ ਗੱਲ ਕਰਾਂਗੇ ਜਿਹੜੇ ਇਹ ਤਾਲੀਮ ਦਿੰਦੇ ਨੇ, ਜਿਨ੍ਹਾਂ ਤੋਂ ਇਹ ਸਾਰੇ ਕੋਚਿੰਗ ਲੈ ਕੇ ਜਿਹੜੇ ਮੁੰਡੇ ਕੁੜੀਆਂ ਆਪਣਾ ਨਾਮ ਬਣਾ ਰਹੇ ਨੇ। ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬਾਬੂਸ਼ਾਹੀ 'ਤੇ। ਥੈਂਕ ਯੂ ਵੈਰੀ ਮਚ ਜੀ। ਅੱਛਾ, ਜਿਹੜਾ ਰਿਜ਼ਲਟ ਆਇਆ ਜੀ ਯੂਪੀਐਸਸੀ ਦਾ, ਤੇ ਤੁਸੀਂ ਦੱਸੋ ਆਪਣਾ ਤੁਹਾਡਾ ਜਿੰਨੇ ਵੀ ਤੁਹਾਡੇ ਕੋਲੋਂ ਪੜ੍ਹੇ ਹੋਏ ਸੀਗੇ ਮੁੰਡੇ ਕੁੜੀਆਂ ਜੀ, ਕਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ? ਇਸ ਵਾਰ ਜੀ ਸਾਡੇ ਕੋਲ ਟੋਟਲ ਆਲਮੋਸਟ 90 ਸਿਲੈਕਸ਼ਨਸ ਹੈ, ਜਿਨ੍ਹਾਂ ਵਿੱਚੋਂ ਦੀ 17 ਸਟੂਡੈਂਟਸ ਕਲਾਸਰੂਮ ਪ੍ਰੋਗਰਾਮ ਸੀਗੇ ਆਫਲਾਈਨ ਔਰ 29 ਆਨਲਾਈਨ ਸਟੂਡੈਂਟ ਸੀਗੇ। ਕੁਛ ਨੇ ਸਾਡੇ ਕੋਲ ਟੈਸਟ ਸੀਰੀਜ਼ ਜੁਆਇਨ ਕੀਤੀ ਸੀ, ਕੁਛ ਨੇ ਸਿਰਫ ਮੌਕਸ ਇੰਟਰਵਿਊ ਦਿੱਤੇ ਸੀਗੇ। ਠੀਕ ਹੈ। ਹਾਂਜੀ, ਤੇ ਕਲਾਸਰੂਮ 'ਚੋਂ ਸਾਡੇ ਕੋਲ ਜਿਹੜਾ ਮੇਨ ਰੈਂਕ ਹੈ ਉਹ ਅਦਿੱਤੇ ਹੈ ਜੀ, ਰੈਂਕ 70। ਠੀਕ ਹੈ। ਐਂਡ ਹੀ ਇਜ਼ MBBS ਡਾਕਟਰ। ਹੀ ਹੈਡ 1 year full course in classroom with us। ਹਾਂਜੀ। ਅੱਛਾ, ਆਦਿਤਿਆ ਜੀ ਤੋਂ ਇਲਾਵਾ ਹੋਰਾਂ ਦੇ ਕਿਹੜੇ ਰੈਂਕਸ ਆਏ ਨੇ ਜਿਹੜੇ ਇਸ ਤੋਂ ਬਾਅਦ ਚੰਗੇ ਰੈਂਕ ਕਿੰਨਾ ਦੇ ਆਏ ਨੇ? ਨਹੀਂ ਸਰ, ਇੱਦਾਂ ਤਾਂ ਰੈਂਕ 4 ਵੀ ਹੈ, ਰੈਂਕ 14 ਵੀ ਹੈ, ਬਟ ਦੈਨ ਕਲਾਸਰੂਮ 'ਚੋਂ ਹਾਈਐਸਟ ਰੈਂਕ ਇਹਨਾਂ ਦਾ ਹੀ ਹੈ। ਠੀਕ ਹੈ। ਹਾਂਜੀ। ਅੱਛਾ ਰਾਜ ਜੀ, ਇਹ ਦੱਸੋ ਵੀ ਕਲਾਸਰੂਮ ਦੇ ਵਿੱਚ ਕੀ ਸਪੈਸ਼ਲ ਤੁਹਾਡੇ ਵੱਲੋਂ ਕਰਵਾਇਆ ਜਾਂਦਾ ਸੀਗਾ, ਕਿਉਂਕਿ ਇੰਸਟੀਚਿਊਟਸ ਦੀ ਅੱਜ ਕੱਲ੍ਹ ਕਮੀ ਨਹੀਂ ਕਿ ਆਨਲਾਈਨ ਹੋਵੇ ਆਫਲਾਈਨ ਹੋਵੇ, ਆਪਸ਼ਨਸ ਬਹੁਤ ਮਿਲ ਜਾਂਦੇ ਨੇ, ਪਰ ਤੁਸੀਂ ਸਪੈਸ਼ਲ ਫੋਕਸ ਤੁਹਾਡਾ ਕੀ ਰਹਿੰਦਾ ਜੋ ਹੋਰਾਂ ਤੋਂ ਤੁਹਾਨੂੰ ਵੱਖ ਕਰਦਾ? ਸਰ ਮੇਰੇ ਖਿਆਲ ਨਾਲ ਇਹਦਾ ਆਨਸਰ ਦਿੱਤੇ ਬੈਟਰ ਦੇ ਸਕਦੇ ਹਾਂ, ਹੈ ਨਾ। ਐਜ਼ ਅ ਸਟੂਡੈਂਟ ਹੀ ਕੈਨ ਟੈਲ ਬੈਟਰ ਕਿ ਸਾਡੇ ਇੱਥੇ ਕੀ ਸਪੈਸ਼ਲ ਮਿਲਿਆ ਉਹਨਾਂ ਨੂੰ। ਇਹ ਤਾਂ ਮੈਂ ਆਪਣੇ ਮੂੰਹ ਦੱਸਾਂ ਤਾਂ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਗੱਲ ਹੋ ਜੂ। ਜੀ ਗੱਲ ਕਰ ਲੈਂਦੇ ਹਾਂ। ਆਦਿਤਿਆ ਜੀ, ਵਧਾਈਆਂ ਤੁਹਾਨੂੰ, ਬਹੁਤ ਬੜਾ ਚੰਗਾ ਸਕੋਰ ਕੀਤਾ ਤੁਸੀਂ। ਥੈਂਕ ਯੂ ਸੋ ਮਚ ਸਰ। ਤੇ ਕੀ ਕਹਿਣਾ ਚਾਹੋਗੇ, ਕਿਵੇਂ ਦਾ ਜਦੋਂ ਤੁਸੀਂ ਦੇਖਿਆ ਰਿਜ਼ਲਟ ਡਿਕਲੇਅਰ ਹੋਇਆ, ਪਹਿਲਾ ਰਿਐਕਸ਼ਨ ਕੀ ਸੀ? पहला रिएक्शन तो थोड़ा रिलीफ का ही था कि चलो फाइनली पेपर क्लियर हो गया है। फिर घर वालों की खुशी देख के काफ़ी खुशी सी महसूस हुई। तो फिर उसके बाद मेरे को तो काफ़ी मैं ग्रेटफुल हूँ, जैसे राज सर को, ये मेरे फ्रेंड रहे हैं, फ़िलासफ़र रहे हैं, गाइड रहे हैं पूरे प्रोसेस में। जब मैं पहली बार 2019 में आया था यहाँ पे, तो सर ने मुझे बिठाया था, मेरे से बातचीत करी थी, मुझे बताया था कि आप में पोटेंशियल है, आपका एग्ज़ाम क्लियर हो जाएगा। उसके बाद फिर सर के ही मैंने डेमो लेक्चर्स लगाए। फिर उसके बाद मैं पूरे अपने जो भी 2-3 साल की प्रिपरेशन रही है, टाइम टू टाइम सर के पास आता था गाइडेंस के लिए कि मेंस हो गया सर, क्या करना चाहिए, स्ट्रैटेजी बता दो, इंटरव्यू में सर कैसे करना चाहिए। तो मुझे लगता है कि जो पर्सनल इन्वायरमेंट यहाँ पे मिलता है, कि जैसे अनुज सर हैं हमारे, तो है ना, उनसे हम कभी भी जाके कोई भी डाउट है, क्वेरी है, किसी भी रिगार्डिंग हम लोग बात कर सकते हैं। तो मुझे लगता है कि जैसे दिल्ली के इंस्टीट्यूट्स हैं, वहाँ पे जनरली हम अपना इतना पर्सनल टाइम कोई टीचर हमको देता नहीं है, क्लासरूम साइज़ बहुत बड़ा रहता है। तो मुझे लगता है ये एक फैक्टर है जो कि काफ़ी हेल्प रहता है कैंडिडेट्स के लिए। ਤੁਸੀਂ ਐਕਸਪੈਕਟ ਕਰ ਰਹੇ ਸੀਗੇ ਇਹ ਰੈਂਕ, ਜਾਂ ਇਸ ਤੋਂ ਵੀ ਚੰਗਾ ਰੈਂਕ ਐਕਸਪੈਕਟ ਕਰ ਰਹੇ ਸੀਗੇ, ਜਾਂ ਇਸ ਤੋਂ ਘੱਟ ਕਰ ਰਹੇ ਸੀਗੇ? ਕੀ ਐਕਸਪੈਕਟੇਸ਼ਨ ਸੀ ਤੁਹਾਡੀਆਂ ਰਿਜ਼ਲਟਸ ਤੋਂ ਪਹਿਲਾਂ? सर यूपीएससी ऐसा एग्ज़ाम है जहाँ पे हम कभी प्रिडिक्ट नहीं कर सकते। जब हमने 9 मेंस के पेपर लिखे हैं, अब हमें नहीं पता हमने कैसे लिखे हैं, इंटरव्यू बहुत सब्जेक्टिव है, कैसा हुआ है, तो कहना बहुत मुश्किल था। मुझे लग रहा था कि कुछ सर्विस मिल जाएगी, बट आईएएस मिलना तो काफ़ी मुझे लगा कि अनएक्सपेक्टेड था। ਜੀ। ਅੱਛਾ, ਤੁਸੀਂ MBBS ਹੋ ਤੇ ਇਸ ਵੇਲੇ ਕੀ ਕਰ ਰਹੇ ਹੋ? सर मेरी MBBS ही अभी पिछले साल जुलाई में ख़त्म हुई है। जून में ही मैंने प्रीलिम्स लिख दिया था, तो उसके बाद से तो मैं साथ ही साथ फर्स्ट अटेम्प्ट ही था मेरा ये साथ। हाँ जी सर। ਤੇ ਹੁਣ ਕੀ ਅੱਗੇ ਸੋਚਿਆ ਹੈ? ਪਹਿਲਾਂ ਤੋਂ ਹੀ ਵੈਸੇ ਤਾਂ ਚਲੋ ਏਮ ਤਾਂ ਬੰਦੇ ਦਾ ਪਹਿਲਾਂ ਹੀ ਹੁੰਦਾ, ਪਰ ਹੁਣ ਕਿਉਂਕਿ ਸਕਸੈਸ ਤੁਹਾਡੇ ਹੱਥ ਲੱਗੀ ਹੈ, ਤੇ ਹੁਣ ਕੀ ਕਰਨਾ ਚਾਹੁੰਦੇ ਹੋ ਦੇਸ਼ ਦੇ ਲਈ? ਕੀ ਡਰੀਮਸ ਨੇ ਇਸ ਚੀਜ਼ ਨੂੰ ਲੈ ਕੇ? सर जैसे मैं एक डॉक्टर हूँ, तो मेरा काफ़ी कंसर्न हेल्थ सेक्टर पे रहेगा। जैसे मैंने खुद नोटिस किया है, मैं अपने फ्रेंड को मिलने गया था जो मेडिकल ऑफिसर है करसोग में, डिस्ट्रिक्ट मंडी हिमाचल में। तो वहाँ मैंने देखा कि कैसे जो डॉक्टर प्रेजेंट है बट उसके पास एडिक्वेट इक्विपमेंट नहीं है, उसके पास दवाइयाँ नहीं हैं। वहाँ पे एक ही स्कूल था जो 5वीं क्लास तक था, वो भी एक तूफ़ान में बिल्डिंग टूट गई थी, बच्चे बाहर पढ़ रहे थे। एक पेशेंट को नीचे जाने के लिए 3 घंटे लगते थे और कोई ट्रैवल का कन्वेंस भी नहीं था। तो ऐसी ऐसी दिक्कतें देख के मेरे को लगता है कि हेल्थ और एजुकेशन मेरे प्रायोरिटी सेक्टर्स रहेंगे, अलॉन्ग की साथ साथ स्टूडेंट्स को गाइड करना और मोटिवेट करना कि कैसे वो भी प्रोसीड करके अपने ड्रीम्स को ट्रू कर सकते हैं। ਅੱਛਾ, ਜਿੰਨਾ ਕੁ ਤੁਸੀਂ ਦੇਖਦੇ ਆ ਰਹੇ ਹੋ, ਬਿਊਰੋਕ੍ਰੇਸੀ ਨੂੰ ਓਬਜ਼ਰਵ ਕਰਦੇ ਹੋਵੋਗੇ, ਚਾਹੇ ਦੇਸ਼ ਦੀ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ, ਕਿਸੇ ਪਰਟੀਕੂਲਰ ਸਟੇਟ ਦੀ, ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਵੀ ਇਹਨਾਂ ਚੀਜ਼ਾਂ 'ਚ ਬਦਲਾਅ ਹੋਣਾ ਚਾਹੀਦਾ ਹੈ? ਵੀ ਤੁਸੀਂ ਸੋਚ ਦੋਗੇ ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਇਸ ਤਰੀਕੇ ਨਾਲ ਕਰੂੰਗਾ ਇਹ, ਜਿਹਦੇ ਨਾਲ ਜ਼ਿਆਦਾ ਫਾਇਦਾ ਹੋ ਸਕਦਾ?
सर वही मैं कहूँगा, मेरे लिए जैसे एजुकेशन एक बहुत टॉप प्रायोरिटी रहती है, क्योंकि हमारे जो प्राइमरी स्कूल्स हैं उनमें बहुत बच्चे हैं, बट जैसे जैसे हम हायर स्कूल, उसके बाद कॉलेज, उसके बाद सुपर स्पेशलाइजेशन तक जाते हैं, बंदे कम से कम होते जाते हैं, तो वो एक हमें इंक्रीज़ करना है। साथ साथ हमारी जो है अनएम्प्लॉयमेंट लेवल भी कई बार अब थोड़ा सा बढ़ रहा है, लोगों का स्किल सेट उतना डेवलप नहीं है। इंडस्ट्रियल सेक्टर में मैं काम करना चाहता हूँ, क्योंकि वही मेन स्टे है हमारी इकोनॉमी का। उसके अलावा सर हेल्थ तो मेन प्रायोरिटी है ही है, क्योंकि मैंने पेशेंट से कम्युनिकेट किया है, मैंने कोविड में काम किया है, मैंने देखा है कि कैसे हम उसको इम्प्रूव कर सकते हैं। तो सर ये सारे एस्पेक्ट्स और कंपोनेंट्स हैं जहाँ पे सर मैं काम करना चाहूँगा। ਅੱਛਾ ਦਿੱਤਾ ਜੀ, ਬੜਾ ਸਟ੍ਰੈਸ ਵੀ ਰਹਿੰਦਾ ਹੈ ਜਿਹੜੇ ਇਮਤਿਹਾਨ ਦੇ ਰਹੇ ਹੁੰਦੇ ਨੇ। ਅਟੈਂਪਟ ਕਈ ਅਟੈਂਪਟ ਦੇ ਵਿੱਚ ਵੀ ਕਲੀਅਰ ਨਹੀਂ ਹੁੰਦਾ, ਉਸ ਤੋਂ ਬਾਅਦ ਸਟ੍ਰੈਸ ਦਾ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਤੇ ਕੀ ਤੁਸੀਂ ਕਹਿਣਾ ਚਾਹੋਗੇ ਉਸ ਵੇਲੇ ਕਿਵੇਂ ਆਪਦੇ ਆਪ ਨੂੰ ਸੰਭਾਲਣਾ ਹੁੰਦਾ ਹੈ, ਜਾਂ ਦਿਮਾਗ 'ਚ ਕਿਹੜੀ ਚੀਜ਼ਾਂ ਲੈ ਕੇ ਆਉਣੀਆਂ ਹੁੰਦੀਆਂ? ਕਿਉਂਕਿ ਬਹੁਤ ਜਾਣਿਆਂ ਦਾ ਚਲੋ ਹੋ ਜਾਂਦਾ, ਪਰ ਕਈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਮੁੰਡੇ ਕੁੜੀਆਂ ਹੁੰਦੇ ਨੇ ਜਿਹੜੇ ਰਹਿ ਜਾਂਦੇ ਨੇ, ਫਿਰ ਉਸ ਤੋਂ ਬਾਅਦ ਅਗਲਾ ਸਟੈਪ ਲੈਣਾ ਬੜਾ ਔਖਾ ਹੋ ਜਾਂਦਾ ਉਹਨਾਂ ਲਈ। सर अकेले अगर हम ऐसे बैठे रहते हैं तो काफ़ी बार डाउट आता है कि यार होएगा कि नहीं होगा, उससे स्ट्रेस एंजाइटी बहुत बढ़ जाता है। बट इस टाइम पे अपने मेंटर से, अपने फ्रेंड से हम अगर लगातार बातचीत करते रहें तो मुझे लगता है कि काफ़ी यूज़फुल रहता है कि हम लोग अगर उनसे बात करें टाइम टू टाइम ना, तो वो हमें समझाते हैं, हमारा पोटेंशियल बताते हैं, तो उससे हमारा काफ़ी स्ट्रेस रिलीव हो जाता है सर। तो मेरे को लगता है कि यही है, आपको किसी ना किसी से कम्युनिकेट करना चाहिए, रादर कि अपनी सोच विचार में ही आप बैठे रहोगे तो फिर उससे आपकी परफॉर्मेंस काफ़ी डिप कर जाएगी। ਜੀ ਸ਼ੁਕਰੀਆ ਜੀ, ਆਲ ਦਾ ਬੈਸਟ ਤੁਹਾਨੂੰ ਅੱਗੇ ਦੇ ਲਈ। ਤੇ ਹੁਣ ਕੰਟੀਨਿਊ ਕਰਾਂਗੇ ਰਾਜ ਮਲਹੋਤਰਾ ਜੀ ਨਾਲ ਗੱਲਬਾਤ। ਕੀ ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਮਾਣ ਕਿੰਨਾ ਕੁ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਪੜ੍ਹਾਏ ਹੋਏ ਜਿਹੜੇ ਮੁੰਡੇ ਜਾਂ ਕੁੜੀਆਂ ਹੁੰਦੇ ਨੇ ਇਸ ਤਰ੍ਹਾਂ ਦੇ ਨਾਲ ਨਾਮ ਰੌਸ਼ਨ ਕਰਦੇ? ਸਰ ਪੂਰਾ ਮਾਣ ਹੈ ਜੀ ਇਹਨਾਂ ਤੇ, ਇਹਨਾਂ ਦੀ ਮਿਹਨਤ ਹੈ, ਇਹਨਾਂ ਨੇ ਖੁਦ ਬਹੁਤ ਮਿਹਨਤ ਕੀਤੀ ਹੈ। ਆਈ ਸਟਿਲ ਰਿਮੈਂਬਰ ਦਿੱਤੇ ਕਾਲਿੰਗ ਮੀ ਅਪ ਐਵਰੀ ਨਾਓ ਐਂਡ ਦੈਨ ਐਂਡ ਆਸਕਿੰਗ ਫॉर ਡਾਊਟਸ, ਲਾਇਬ੍ਰੇਰੀ 'ਚ ਬੈਠ ਕੇ ਇੱਥੇ ਪੜ੍ਹਨਾ। ਐਂਡ ਸਟ੍ਰੈਸ ਦੇ ਵਿੱਚ ਕਈ ਵਾਰੀ ਇਹਨਾਂ ਦੇ ਪੈਨਿਕਸ ਦੇ ਵਿੱਚ ਲੜ ਵੀ ਪੈਣਾ ਬੱਚਿਆਂ ਦੇ ਨਾਲ ਆਪਸ 'ਚ, ਬਟ ਦੈਨ ਹੀ ਹੈਡ ਵਨ ਸੱਚ ਕੰਪੋਸਡ ਮਾਈਂਡ ਕਿ ਫੋਕਸ ਇਹਦਾ ਕਦੀ ਡਿਵੀਏਟ ਨਹੀਂ ਹੋਇਆ, ਹੈ ਨਾ। ਕੋਵਿਡ ਟਾਈਮ ਦੇ ਉੱਪਰ ਵੀ ਆਈ ਰਿਮੈਂਬਰ ਹਿਮ ਕਾਲਿੰਗ ਮੀ ਵਨਸ ਵੀ ਸਰ ਹੁਣ ਅੱਜ ਕੱਲ੍ਹ ਟਾਈਮ ਘੱਟ ਹੈ, ਬਟ ਹੀ ਨੈਵਰ ਟੁਕ ਅ ਸਟੈਪ ਬੈਕ। ਜਿਹੜਾ ਇਸ ਤਰ੍ਹਾਂ ਦੇ ਕਮਿਟਮੈਂਟ ਵਾਲੇ ਸਟੂਡੈਂਟ ਆਉਂਦੇ ਆ, ਮੈਂ ਕਲਾਸ ਵੀ ਦੱਸਦਾ ਹੁੰਦਾ ਜੀ, ਅਸੀਂ ਟੀਚਰਸ ਵੀ ਆਰ ਨੋ ਮੈਜੀਸ਼ੀਅਨਸ, ਸਾਡੇ ਕੋਲ ਕੋਈ ਜਾਦੂ ਨਹੀਂ, ਰਿਜ਼ਲਟ ਬੱਚੇ ਦੀ ਆਪਣੀ ਮਿਹਨਤ ਨਾਲ ਆਉਣਾ ਹੈ। ਵੀ ਆਰ ਜਸਟ ਦ ਪੀਪਲ ਹੂ ਕੈਨ ਸ਼ੋ ਦਮ ਦ ਰਾਈਟ ਟਰੈਕ। ਚੱਲਣਾ ਵੀ ਇਹਨਾਂ ਨੇ ਹੈ, ਮੁਸੀਬਤਾਂ ਵੀ ਇਹਨਾਂ ਨੇ ਝੇਲਣੀਆਂ, ਮਿਹਨਤ ਵੀ ਇਹਨਾਂ ਨੇ ਕਰਨੀ ਹੈ, ਰਿਜ਼ਲਟ ਅਸੀਂ ਜ਼ਰੂਰ ਥੋੜ੍ਹਾ ਕਲੇਮ ਕਰਾਂਗੇ ਕਿ ਅਸੀਂ ਗਾਈਡ ਕੀਤਾ ਹੈ, ਬਟ ਅਲਟੀਮੇਟਲੀ ਟਰੂਥ ਰਿਮੇਨਸ। ਸਾਰੀਆਂ ਅਕੈਡਮੀ ਜੋ ਮਰਜ਼ੀ ਕਹਿਣ, ਮਿਹਨਤ ਸਿਰਫ ਔਰ ਸਿਰਫ ਸਟੂਡੈਂਟ ਦੀ ਹੁੰਦੀ ਹੈ। ਅੱਛਾ ਇਹ ਵੀ ਦੱਸੋ ਜੀ, ਹੁਣ ਤੱਕ ਤੁਹਾਡੇ ਪੜ੍ਹਾਏ ਹੋਏ ਕਿੰਨੇ ਜਾਣੇ ਨੇ, ਕਿੰਨੇ ਮੁੰਡੇ ਕੁੜੀਆਂ ਨੇ ਜਿਹਨੇ ਸਿਲੈਕਸ਼ਨ ਹੋ ਚੁੱਕੀ ਹੈ, ਜਿਹੜੇ ਉਹ ਇਹੋ ਜਿਹੀ ਚੰਗੀਆਂ ਥਾਵਾਂ 'ਤੇ ਬੈਠੇ ਨੇ ਕਿ ਤੁਹਾਨੂੰ ਉਹਨਾਂ ਬਾਰੇ ਜਦੋਂ ਯਾਦ ਕਰਦੇ ਹੋ ਬੜਾ ਚੰਗਾ ਲੱਗਦਾ? ਸਰ ਆਈ ਸਟਾਰਟਿਡ ਟੀਚਿੰਗ ਇਨ 2002 ਅਤੇ 21-22 ਸਾਲ ਹੋ ਗਏ ਪੜ੍ਹਾਉਂਦੇ ਹੋਏ। ਆਲਮੋਸਟ ਹੁਣ 2000 ਦੇ ਆਸ-ਪਾਸ ਬੱਚਾ ਕੁਆਲੀਫਾਈ ਕਰ ਚੁੱਕਾ ਜੀ ਸਟੇਟ ਸਿਵਲ ਸਰਵਿਸਿਜ਼ IAS ਵਗੈਰਾ ਦੇ ਵਿੱਚ, ਔਰ ਬੜਾ ਅੱਛਾ ਲੱਗਦਾ ਜੀ ਵੈਨ ਵੀ ਮੀਟ ਦੈਮ। ਪੰਜਾਬ ਕੈਡਰ 'ਚ ਬਹੁਤ ਸਾਰੇ IAS IPS ਹੈ, ਚੰਡੀਗੜ੍ਹ 'ਚ ਵੀ ਬੜੇ ਆਫਿਸਰਸ ਆਏ ਐਂਡ ਦੇ ਕੀਪ ਮੀਟਿੰਗ ਐਜ਼ ਵੈਲ। ਸੋ ਯੈਸ ਤੁਸੀਂ ਦੱਸਿਆ 2002 'ਚ ਤੁਸੀਂ ਸ਼ੁਰੂ ਕੀਤਾ ਇਹ ਜਿਹੜਾ ਸਫ਼ਰ ਸੀ, ਤੁਹਾਡਾ ਬੈਕਗਰਾਊਂਡ ਦੱਸੋ ਵੀ ਕਿਹੜੀ ਚੀਜ਼ ਨੇ ਤੁਹਾਨੂੰ ਕਿਹਾ ਵੀ ਮੈਨੂੰ ਹੁਣ ਇਹ ਕਰਨ ਦੀ ਲੋੜ ਹੈ, ਮੈਂ ਹੋਰਾਂ ਬੱਚਿਆਂ ਨੂੰ ਪੜ੍ਹਾਵਾਂ? ਕੋਈ ਤੁਸੀਂ ਆਪ ਕੀ ਕਰਨਾ ਚਾਹੁੰਦੇ ਸੀਗੇ, ਜਾਂ ਕਿਹੜੀ ਪਰਟੀਕੂਲਰ ਉਹ ਚੀਜ਼ ਸੀਗੀ, ਸੋਚ ਸੀਗੀ ਜਿਸ ਤੋਂ ਬਾਅਦ ਤੁਸੀਂ ਇਹ ਫੈਸਲਾ ਲਿਆ? ਸਰ ਮੈਂ ਖੁਦ ਵੀ ਤਿਆਰੀ ਕਰ ਰਿਹਾ ਸੀਗਾ ਜੀ, ਐਂਡ ਅਨਲੱਕੀਲੀ ਫਾਈਨਲ ਨਹੀਂ ਹੋਏ ਕਲੀਅਰ ਸਾਡੇ। ਐਂਡ ਦੈਨ ਵੀ ਰਿਅਲਾਈਜ਼ ਕਿ ਬਹੁਤ ਸਾਰੇ ਸਟੂਡੈਂਟਸ ਨੂੰ ਬਹੁਤ ਸਾਰੀ ਰਾਈਟ ਗਾਈਡੈਂਸ ਐਟ ਰਾਈਟ ਟਾਈਮ ਨਹੀਂ ਮਿਲਦੀ, ਜਾਂ ਬਹੁਤ ਸਾਰੀ ਉਹ ਰਾਈਟ ਮਟੀਰੀਅਲ ਐਟ ਵਨ ਪਲੇਸ ਨਹੀਂ ਮਿਲਦਾ, ਜਾਂ ਮੋਟੀਵੇਸ਼ਨ ਨਹੀਂ ਮਿਲਦੀ। ਸੋ ਸਾਡਾ ਆਪਣਾ ਸੁਪਨਾ ਨਹੀਂ ਹੋਇਆ ਪੂਰਾ, ਅਤੇ ਹੁਣ ਅਸੀਂ ਲੋਕਾਂ ਦੇ ਸੁਪਨੇ ਪੂਰੇ ਕਰਾ ਕੇ ਆਪਣਾ ਸੁਪਨਾ ਪੂਰਾ ਕਰ ਰਹੇ। ਤੇ ਹੁਣ ਟਾਈਮ ਦੇ ਨਾਲ ਨਾਲ ਜਿਵੇਂ ਟਾਈਮ ਬਦਲ ਰਿਹਾ, ਟੈਕਨੋਲੋਜੀ ਬਦਲ ਰਹੀ ਹੈ, ਐਜੂਕੇਸ਼ਨ ਦਾ ਉਹ ਵੀ ਜਿਹੜਾ ਲੈਵਲ ਹੈਗਾ ਉਹ ਲਗਾਤਾਰ ਵੱਧ ਰਿਹਾ ਹੈਗਾ, ਤੁਸੀਂ ਆਪਦੇ ਆਪ ਨੂੰ ਕਿਵੇਂ ਉਸ ਦੇ ਨਾਲ ਢਾਲ ਲੈਂਦੇ ਹੋ? ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਸਪੈਸ਼ਲ ਜਿਹੜੀ ਕੋਚਿੰਗ ਦਿੱਤੀ ਜਾ ਰਹੀ? ਸਰ ਬੜਾ ਸਿੰਪਲ ਹੈ ਜੀ, ਮੇਰਾ ਇੱਥੇ ਦਾ ਇੱਕ ਅਸੂਲ ਹੈ, ਜਿਹੜੇ ਸਟੂਡੈਂਟਸ ਪਿਛਲੇ 2-3 ਸਾਲਾਂ ਦੇ ਵਿੱਚ ਸਿਲੈਕਟ ਹੋ ਰਹੇ ਹੈ, ਜਿੱਦਾਂ ਹੁਣ ਅਦਿੱਤੇ ਜੀ ਹੈ ਐਂਡ ਹੀ ਹੈਜ਼ ਬੀਨ ਸਿਲੈਕਟਿਡ, ਔਰ ਇਹਨਾਂ ਨੂੰ ਹੁਣ ਕੋਈ ਸਟ੍ਰੈਸ ਨਹੀਂ ਹੈ। ਸੋ ਆਈ ਵਿਲ ਆਸਕ ਹਿਮ ਨਾਓ ਟੂ ਕਮ ਐਂਡ ਟੀਚ ਮਾਈ ਸਟੂਡੈਂਟਸ ਹੇਅਰ ਫॉर ਫਿਊ ਡੇਜ਼। ਤੇ ਜਿਹੜੇ ਬੱਚੇ ਇਸ ਸਾਲ ਸਿਲੈਕਟ ਹੋਣਗੇ, ਜੇ ਉਹੀ ਬੱਚਿਆਂ ਨੂੰ ਗਾਈਡੈਂਸ ਦੇ ਕੇ ਜਾਣ, ਤੇ ਉਹ ਹਮੇਸ਼ਾ ਅਪਡੇਟਿਡ ਹੀ ਰਹਿਣਗੇ। ਠੀਕ ਹੈ,
ਰਾਜੀ ਬਹੁਤ ਸਾਰੇ ਜਿਹੜੇ ਬੱਚੇ ਹੁੰਦੇ ਨੇ ਚਾਹੇ ਜਿਹੜੇ ਸਪੈਸ਼ਲੀ ਸਕੂਲ ਦੇ ਵਿੱਚ ਹੁੰਦੇ ਨੇ +1 +2 ਕਰਦੇ ਨੇ ਜਾਂ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਕਈ ਡਾਊਟਸ ਹੁੰਦੇ ਕਈਆਂ ਨੂੰ ਲੱਗਦਾ ਕਿ ਮੈਨੂੰ ਹੁਣੇ ਤਿਆਰੀ ਕਰਨੀ ਚਾਹੀਦੀ ਜਾਂ ਪਹਿਲਾਂ ਮੈਂ ਗ੍ਰੈਜੂਏਸ਼ਨ ਕਰਾਂ ਉਸ ਤੋਂ ਬਾਅਦ ਕਰਨੀ ਚਾਹੀਦੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਬੜੇ ਸਵਾਲ ਹੁੰਦੇ ਨੇ ਕਨਫਿਊਜ਼ਨ ਹੁੰਦੀ ਹੈ ਤਾਂ ਕੀ ਲੱਗਦਾ ਉਸ ਵੇਲੇ ਤੋਂ ਹੀ ਰਾਈਟ ਗਾਈਡੈਂਸ ਉਹਨਾਂ ਨੂੰ ਮਿਲੇ ਤਾਂ ਕੀ ਕਰਨਾ ਚਾਹੀਦਾ ਉਹਨਾਂ ਨੂੰ ਫੈਸਲਾ ਕਿਸ ਹਿਸਾਬ ਨਾਲ ਲੈਣਾ ਚਾਹੀਦਾ? ਸਰ 24 ਘੰਟੇ ਦਾ ਦਿਨ ਹੈ ਜੀ, 8 ਘੰਟੇ ਕਾਲਜ ਮੰਗਦਾ, ਕੋਈ ਵੀ ਕਾਲਜ ਹੋਏ 8 ਘੰਟੇ ਦੀ ਸੋਲੋ, 2 ਘੰਟੇ ਖਾ ਪੀ ਨਹਾ ਧੋ ਲਓ ਤੇ ਜੇ 6 ਘੰਟੇ ਪੜ੍ਹ ਲਓ ਤੇ 3 ਸਾਲਾਂ 'ਚ ਤੁਸੀਂ IAS ਬਣ ਸਕਦੇ ਹੋ। ਠੀਕ ਹੈ, ਮਤਲਬ ਇਹ ਮੈਟਰ ਨਹੀਂ ਕਰਦਾ ਵੀ ਤੁਸੀਂ ਸਕੂਲ ਗ੍ਰੈਜੂਏਸ਼ਨ ਤੋਂ ਪਹਿਲਾਂ ਕਰ ਰਹੇ ਹੋ ਬਾਅਦ 'ਚ ਕਰ ਰਹੇ ਹੋ, ਤੁਸੀਂ ਕਦੋਂ ਵੀ ਕਰ ਸਕਦੇ ਹੋ। ਸਰ ਜਿਹੜੇ 3 ਸਾਲ ਗ੍ਰੈਜੂਏਸ਼ਨ ਦੇ ਆ, ਜੋ ਤੁਸੀਂ ਉਸੇ ਟਾਈਮ ਤੇ ਟਾਈਮ ਇਨਵੈਸਟ ਕਰਤਾ ਐਜ਼ ਹੀ ਗॉट ਸਿਲੈਕਟਡ, ਹੁਣ ਵੀ ਕੈਨ ਲੱਕੀਲੀ ਸੇ ਕਿ ਜਿਹੜੀ ਵੀ ਸਟੇਟ 'ਚ ਹੋਣਗੇ ਚੀਫ ਸੈਕਟਰੀ ਤਾਂ ਪਹੁੰਚਣਗੇ ਬਿਕੋਜ਼ ਰਾਈਟ ਟਾਈਮ ਤੇ ਐਂਟਰ ਕਰ ਰਹੇ ਨਾ, ਜਿੰਨੀ ਲੇਟ ਜਾਓਗੇ ਉਨੀ ਜਲਦੀ ਰਿਟਾਇਰ ਹੋ ਜਾਓਗੇ। ਹਾਂਜੀ, ਸੋ ਸਟਾਰਟਿੰਗ ਅਰਲੀ ਇਜ਼ ਵੈਰੀ ਇੰਪੋਰਟੈਂਟ। ਹੋਰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਅੱਜ ਕੱਲ੍ਹ ਦੇ ਜਿਹੜੇ ਸਕੂਲ ਸਟੂਡੈਂਟਸ ਨੇ ਉਹਨਾਂ ਨੂੰ ਜਿਨ੍ਹਾਂ ਨੇ ਸੁਪਨੇ ਸਿਰਜੇ ਹੋਏ ਨੇ ਪਰ ਹਜੇ ਇਸ ਪੂਰੇ ਪੜਾਅ ਨੂੰ ਪਾਰ ਕਰਨਾ ਹੈ, ਉਹਨਾਂ ਨੂੰ ਕਿਸ ਤਰ੍ਹਾਂ ਦੀ ਲੋੜ ਹੈਗੀ ਹੈ? ਲੋਕਾਂ ਦੀਆਂ ਰੀਲਸ ਦੇਖਣ ਨਾਲੋਂ ਇੰਸਟਾਗ੍ਰਾਮ ਤੇ ਟਰਾਈ ਕਰੋ ਡਾਕਟਰ ਦਿੱਤੇ ਵਕਨ ਤੁਹਾਡੀ ਰੀਲ ਬਣੇ, ਤੇ ਉਹਦੇ ਵਾਸਤੇ ਬਸ ਥੋੜੀ ਮਿਹਨਤ ਕਰ ਲਓ, ਥੋੜਾ ਕਮਿਟਮੈਂਟ ਕਰ ਲਓ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਗੱਲ ਕਰ ਰਹੇ ਸੀ ਰਾਜ ਮਲਹੋਤਰਾ ਜੀ ਨਾਲ ਗੱਲ ਕੀਤੀ ਹੈ ਤੇ ਆਦਿਤਿਆ ਸ਼ਰਮਾ ਦੇ ਨਾਲ, ਮਾਫ ਕਰਨਾ, ਜਿਨ੍ਹਾਂ ਦਾ ਆਲ ਇੰਡੀਆ ਰੈਂਕ ਜਿਹੜਾ ਹੈਗਾ 70th ਰੈਂਕ ਆਇਆ ਹੈਗਾ ਤੇ ਰਾਜ ਮਲਹੋਤਰਾ ਜਿਹੜਾ ਸਟੱਡੀ ਗਰੁੱਪ ਹੈਗਾ ਸੋ ਇਹਨਾਂ ਲਈ ਬੜੀ ਮਾਣ ਦੀ ਗੱਲ ਹੈ। ਤੇ ਸੋ ਦੱਸਿਆ ਇਹਨਾਂ ਨੇ ਕਿ ਇਸ ਤਰੀਕੇ ਦੇ ਨਾਲ ਸਪੈਸ਼ਲੀ ਕੋਚਿੰਗ ਹੈ ਜਿਹੜੀ ਦਿੱਤੀ ਜਾਂਦੀ ਹੈ ਕਲਾਸਿਸ ਦੇ ਵਿੱਚ ਤਾਂ ਜੋ ਵੱਧ ਤੋਂ ਵੱਧ ਜਿਹੜੇ ਮੁੰਡੇ ਕੁੜੀਆਂ ਇੱਥੇ ਪੜ੍ਹਦੇ ਨੇ ਉਹਨਾਂ ਦੀ ਸਿਲੈਕਸ਼ਨ ਅੱਗੇ ਜਾ ਕੇ ਹੁੰਦੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।